So good morning students. बच्चे we were doing P block elements and ਉਸ ਦੇ ਵਿੱਚ ਆਪਾਂ ਨੇ ਲਾਸਟ ਲੈਕਚਰ ਦੇ ਵਿੱਚ ਖਤਮ ਕਰ ਲਿਆ ਸੀ ਗਰੁੱਪ 15 ਠੀਕ ਹੈ ਟੈਸਟ ਵੀ ਤੁਸੀਂ ਦੇ ਚੁੱਕੇ ਹੋ ਪਹਿਲਾਂ ਹਾਫ ਪੋਰਸ਼ਨ ਐਂਡ ਦੈਨ ਕੰਪਲੀਟ ਟੈਸਟ ਕਰ ਲਈ ਹੋਇਆ ਤੁਹਾਡਾ ਠੀਕ ਹੈ ਸੋ ਆਈ ਹੋਪ ਕਿ ਯੂ ਆਰ ਵੈਰੀ ਥਰੋ ਵਿਦ ਦ ਗਰੁੱਪ 15 ਨਾਓ ਐਂਡ ਵਾਂਸ ਅਗੇਨ ਆਈ ਰਿਪੀਟ ਕਿ ਬੱਚੇ ਇਨਆਰਗੈਨਿਕ ਦੇ ਵਿੱਚ ਅ ਲੋਟ ਡਿਪੈਂਡਸ ਅਪਨ ਯੋਰ ਦ ਪਾਰਟ ਟੂ ਲਰਨ ਠੀਕ ਹੈ ਨਾ ਸੋ ਇਸ ਨੂੰ ਰਿਐਕਸ਼ਨਸ ਨੂੰ ਜਿਵੇਂ ਜਿਵੇਂ ਮੈਂ ਕਰਵਾ ਰਿਹਾ ਸਮਝ ਕੇ ਲਰਨ ਕਰੋ ਠੀਕ ਹੈ ਔਨ ਯੋਰ ਟਿਪਸ ਲਰਨ ਕਰੋ ਫਿਰ ਆਪਣੇ ਨੋਟਸ ਨੂੰ ਕਲੋਜ਼ ਕਰਕੇ ਇਹਨਾਂ ਨੂੰ ਲਿਖ ਕੇ ਦੇਖਿਆ ਕਰੋ ਦਿਸ ਇਜ਼ ਦ ਮੈਨਰ ਹਾਊ ਟੂ ਲਰਨ ਇਨਆਰਗੈਨਿਕ ਕੈਮਿਸਟਰੀ ਠੀਕ ਹੈ ਨਾ ਅੱਜ ਆਪਾਂ ਸਟਾਰਟ ਕਰਨਾ ਹੈ ਗਰੁੱਪ 16 ਬੱਚੇ ਠੀਕ ਹੈ ਨਾ ਤੇ ਗਰੁੱਪ 16 ਦੇ ਵਿੱਚ ਪਹਿਲਾਂ ਮੈਂ ਕੁਝ ਚੀਜ਼ਾਂ ਤੁਹਾਨੂੰ ਓਵਲੀਆਂ ਦੱਸੂਗਾ ਜਿਹੜੀਆਂ ਕਿ ਆਪਾਂ ਨੂੰ ਆਲਰੇਡੀ ਆਪਾਂ ਨੇ ਕਿਤੇ ਨਾ ਕਿਤੇ ਕੀਤੀਆਂ ਹੋਈਆਂ ਠੀਕ ਹੈ ਸੋ ਫਰਸਟ ਆਫ ਆਲ ਗਰੁੱਪ 16 ਕੰਸਿਸਟਸ ਆਫ ਆਕਸੀਜਨ ਸਲਫਰ selenium tellurium and polonium बचे ठीक है since polonium is radioactive तब ਆਪਾਂ ਉਹਦੇ ਬਾਰੇ ਕੁਝ ਜ਼ਿਆਦਾ ਪੜ੍ਹਦੇ ਨਹੀਂ ਆਪਾਂ ਪਹਿਲੀਆਂ ਚਾਰ ਐਲੀਮੈਂਟਸ ਹੀ ਪੜ੍ਹਦੇ ਹਾਂ ਬੱਚੇ ਠੀਕ ਹੈ now ਇਹਨਾਂ ਦੀ outer electronic configuration is ns2 np4 ਠੀਕ ਹੈ outer shell ਦੇ ਵਿੱਚ 6 ਇਲੈਕਟ੍ਰॉन्स ਹੁੰਦੇ ਨੇ ਜਿੱਦਾਂ ਕਿ ਆਕਸੀਜਨ ਹੁੰਦਾ ਹੈ 2s2 2p4 sulfur is 3s2 3p4 and so on ठीक है ਤਾਂ since ਇਹਨਾਂ ਦੇ outer shell ਚ 6 electrons ਹੈ ਇਹ ਸਾਰੇ 2 electrons ਲੈ ਕੇ stable ਹੋਣਗੇ ਸੋ ਇਹਨਾਂ ਦੀ ਇੱਕ stable electronic oxidation state is of course -2 ਠੀਕ ਹੈ ਜਦੋਂ ਇਹ ਕੰਬਾਈਨ ਕਰਨਗੇ with metals ਜਿੱਦਾਂ ਕਿ sodium oxide magnesium oxide aluminium oxide ਇਹਨਾਂ ਸਭ ਦੇ ਵਿੱਚ oxygen is -2 and metals ਉਹਨਾਂ ਦੀ ਆਪਦੀ oxidation state ਹੈ sodium +1 magnesium +2 aluminium +3 similarly ਅਗਰ ਮੈਂ sulfur ਦੇ ਨਾਲ ਬਣਾਵਾਂ ਤਾਂ it will be Na2S it will be magnesium sulfide and so on ਠੀਕ ਹੈ now ਦੂਸਰਾ ਇਹ ਕੰਬਾਈਨ ਕਰ ਸਕਦੇ ਆ ਜਦੋਂ ਇਹ ਕੋਵੈਲੈਂਟ ਬੌਂਡਸ ਬਣਾਉਣਗੇ ਆਪਣੇ ਤੋਂ ਵੀਕਰ ਨਾਨ ਮੈਟਲਸ ਦੇ ਨਾਲ ਤਾਂ ਉੱਥੇ ਵੀ ਇਹ ਕੀ ਹੋਣਗੇ -2 ਜਿੱਦਾਂ ਕਿ ਵਾਟਰ H2S ਸੋ ਇੱਥੇ ਹਾਈਡਰੋਜਨ ਕੀ ਹੋਏਗਾ +1 ਐਂਡ ਆਕਸੀਜਨ ਜਾਂ ਸਲਫਰ ਕੀ ਹੋਣਗੇ ਬੱਚੇ -2 ਠੀਕ ਹੈ ਸਿਮਿਲਰਲੀ ਅਗਰ ਇਹ ਫਾਸਫੋਰਸ ਨਾਲ ਮਿਲ ਕੇ P2O3 ਬਣਾ ਰਿਹਾ ਹੈ ਜਾਂ P2O5 ਬਣਾ ਰਿਹਾ ਹੈ ਤਾਂ ਫਾਸਫੋਰਸ ਇੱਥੇ +3 ਐਂਡ +5 ਹੈ but oxygen ਦੋਨਾਂ ਦੇ ਵਿੱਚ ਕਿੰਨਾ ਹੈ -2 because phosphorus is a weaker non-metal as compared to oxygen ਬੱਚੇ ਹੁਣ ਜਦੋਂ ਇਹ ਮਿਲਣਗੇ ਆਪਣੇ ਤੋਂ stronger non-metals ਦੇ ਨਾਲ ਤਾਂ ਅਗੇਨ ਇਹਨਾਂ ਦੀਆਂ ਦੋ common oxidation states ਹੋਣਗੀਆਂ ਇੱਕ ਤਾਂ ਜਦੋਂ ਸਿਰਫ p electrons participate ਕਰਨਗੇ ਯਾਨੀ ਕਿ +4 ਠੀਕ ਹੈ ਉਹਦੀਆਂ examples SF4 SO2 so ਇੱਥੇ ਸਲਫਰ +4 ਹੈ ਠੀਕ ਹੈ ਐਂਡ ਜਦੋਂ all the 6 electrons participate ਕਰਨਗੇ ਤਾਂ oxidation state will become +6 and typical example is SF6 and sulfur trioxide so +6 and +6 sulfur ਠੀਕ ਹੈ now ਹੁਣ ਇਹਦੇ ਵਿੱਚ ਵੀ oxygen ਆਪਾਂ ਨੂੰ ਕਦੇ ਵੀ +4 ਜਾਂ +6 ਨਹੀਂ ਮਿਲੇਗਾ ऑक्सीजन अपन सिर्फ और सिर्फ या -2 ठीक है और ज्यादा तो ज्यादा अपन की मिल जाएगा +2 वो भी सिर्फ कदों सो ऑक्सीजन व्हेन डज इट एग्जिस्ट इन पॉजिटिव ऑक्सीडेशन स्टेट सिर्फ दो O2F2 OF2 बच्चे सिर्फ यही दो कंपाउंड्स है ऑक्सीजन दे जिथे ऑक्सीजन अपन पॉजिटिव ऑक्सीडेशन स्टेट मिल सकता है बिकॉज फ्लोरीन is the only element that is more electronegative than oxygen ਹੋਰ ਕੋਈ ਵੀ ਐਲੀਮੈਂਟ ਪੀਰੀਓਡਿਕ ਟੇਬਲ ਦੀ ਆਕਸੀਜਨ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਨਹੀਂ ਹੈ ਠੀਕ ਹੈ ਨਾ ਸੋ ਫਲੋਰੀਨ ਇਜ਼ ਆਫ ਕੋਰਸ -1 ਤਾਂ ਇੱਥੇ ਆਕਸੀਜਨ ਹੋ ਗਿਆ +1 ਐਂਡ ਇੱਥੇ ਹੋ ਗਿਆ +2 ਹੁਣ ਆਕਸੀਜਨ ਆਪਾਂ ਨੂੰ ਕਦੇ ਵੀ +4 ਜਾਂ +6 ਨਹੀਂ ਮਿਲੇਗਾ ਕਿਉਂਕਿ ਉਹ ਆਪਣਾ ਆਕਟੇਟ ਐਕਸਪੈਂਡ ਨਹੀਂ ਕਰ ਸਕਦਾ ਡਿਊ ਟੂ ਦ ਐਬਸੈਂਸ ਆਫ d orbitals ਕਲੀਅਰ ਸੋ ਆਕਸੀਜਨ ਦੀ ਸਿਰਫ ਇੱਕੋ ਹੀ ਆਕਸੀਡੇਸ਼ਨ ਸਟੇਟ ਹੋਏਗੀ ਜਾਂ ਤਾਂ -2 ਤੇ ਜਾਂ ਫਿਰ +2 ਤੇ +1 with fluorine that's it ठीक है
ਅਦਰਵਾਈਜ਼ ਆਕਸੀਜਨ ਜੋ ਹੁੰਦੀ ਹੈ ਆਪਾਂ ਪੜ੍ਹਦੇ ਹਾਂ ਉਹ ਆਪਾਂ ਨੂੰ -2 ਮਿਲਦੀ ਹੈ। ਪਰਆਕਸਾਈਡਸ ਦੇ ਵਿੱਚ ਆਕਸੀਜਨ ਇਜ਼ -1 ਐਂਡ ਸੁਪਰ ਆਕਸਾਈਡਸ ਦੇ ਵਿੱਚ ਆਕਸੀਜਨ ਇਜ਼ -1/2। ਦੇਖੋ ਸੋ ਆਕਸੀਜਨ ਜੋ ਹੈ ठीक है, बस ये चीज़ा बच्चे नोट करते रहियो नाल, ठीक है ना। अपन छोटे छोटे क्वेश्चंस या मल्टीपल चॉइस क्वेश्चंस ਇਹਦੇ ਵਿੱਚੋਂ ਨਿਕਲੇ ਆਉਂਦੇ ਨੇ ਕਈ ਵਾਰ। ਤਾਂ ਜਿਹੜੀ ਆਕਸੀਜਨ ਹੈ ਉਹਦੇ ਪੋਜ਼ਿਟਿਵ ਆਕਸੀਡੇਸ਼ਨ ਸਟੇਟ ਦੇ ਵਿੱਚ ਸਿਰਫ ਇਹੀ ਦੋ ਕੰਪਾਊਂਡਸ ਹੈ, OF2 ਐਂਡ O2F2। ਨੈਗੇਟਿਵ ਆਕਸੀਡੇਸ਼ਨ ਸਟੇਟ ਉਸਦੀ ਆਫ ਕੋਰਸ ਮੋਸਟ ਕਾਮਨ ਵਨ ਇਜ਼ -2। ਇਸ ਤੋਂ ਇਲਾਵਾ ਆਕਸੀਜਨ ਆਪਾਂ ਨੂੰ -1 ਮਿਲਦੀ ਹੈ ਇਨ peroxides and -1/2 मिलती है in superoxides। peroxides ਦੇ ਵਿੱਚ most common examples hydrogen peroxide, sodium peroxide, barium peroxide, ठीक है। and superoxides ਦੇ ਵਿੱਚ most common example is potassium peroxide। so देखो hydrogen +1 oxygen -1, sodium +1 oxygen -1, barium +2 oxygen -1, potassium is +1 oxygen becomes -1/2। ठीक है, clear बच्चे। so these are some of the points related to oxidation states। so once again I repeat कि इन्हां दे outer shell च there are 6 electrons। so इन्हां दी most common oxidation state जदों ये combine करदे ने with metals या अपने तो stronger non-metals then it is -2। ਜਦੋਂ ਇਹ ਕੰਬਾਈਨ ਕਰਨਗੇ ਆਪਣੇ ਤੋਂ weaker non-metals ਦੇ ਨਾਲ they exist as +4 and +6। however oxygen does not exist as +4 ਜਾਂ +6 due to the absence of empty d orbitals। ਉਹਨੂੰ ਦੋ ਇਲੈਕਟ੍ਰॉन्स ਦੀ ਜ਼ਰੂਰਤ ਹੈ, ਉਹ ਦੋ ਇਲੈਕਟ੍ਰॉन्स ਸ਼ੇਅਰ ਕਰਕੇ ਸਟੇਬਲ ਹੋਏਗਾ, ਉਹ ਦੋ ਤੋਂ ਜ਼ਿਆਦਾ ਇਲੈਕਟ੍ਰॉन्स ਸ਼ੇਅਰ ਨਹੀਂ ਕਰ ਸਕਦਾ। ਤਾਂ ਆਕਸੀਜਨ ਦੀ ਪੋਜ਼ਿਟਿਵ ਆਕਸੀਡੇਸ਼ਨ ਸਟੇਟ ਦੇ ਵਿੱਚ ਆਪਾਂ ਨੂੰ ਸਿਰਫ ਦੋ ਹੀ ਕੰਪਾਊਂਡਸ ਮਿਲਦੇ ਨੇ, ਇੱਕ O2F2 ਜਿੱਥੇ ਆਕਸੀਜਨ ਇਜ਼ +1 ਐਂਡ ਨੈਕਸਟ ਇਜ਼ OF2 ਵੇਅਰ ਆਕਸੀਜਨ ਇਜ਼ +2। ਹੁਣ ਜੋ ਬਾਕੀ ਕੰਪਾਊਂਡ ਬਾਕੀ ਐਲੀਮੈਂਟਸ ਹੈ ਦੇ ਐਗਜ਼ਿਸਟ ਇਨ +4 ਐਂਡ +6 ਆਲਸੋ। ਉਹਦੇ ਵਿੱਚੋਂ ਵੀ ਜਿਵੇਂ ਜਿਵੇਂ ਤੁਸੀਂ ਨੀਚੇ ਜਾਓਗੇ stability of +6 oxidation state will decrease due to inert pair effect। ਤਾਂ ਕਰਕੇ ਆਪਾਂ ਨੂੰ ਸਲਫਰ ਦੇ ਦੋਨੋਂ ਕੰਪਾਊਂਡਸ ਬੜੀ ਈਜ਼ੀਲੀ ਮਿਲਣਗੇ, SF4B ਔਰ SF6B, ਜਿਹਦੇ ਵਿੱਚੋਂ ਪ੍ਰੀਡੋਮੀਨੈਂਟਲੀ SF6। ਅਗਰ ਤੁਸੀਂ ਫਲੋਰੀਨ ਐਕਸੈਸ ਪ੍ਰੋਵਾਈਡ ਕਰੋ ਸਲਫਰ ਨੂੰ ਤਾਂ ਇਟ ਵਿਲ ਈਜ਼ੀਲੀ ਫਾਰਮ SF6, ਠੀਕ ਹੈ ਨਾ। ਸਿਮਿਲਰਲੀ ਸੈਲੀਨੀਅਮ ਦੇ ਵੀ ਆਪਾਂ ਨੂੰ ਦੋਨੋਂ ਕੰਪਾਊਂਡਸ ਈਜ਼ੀਲੀ ਮਿਲਣਗੇ, SeF4 ਐਂਡ SeF6। tellurium now it mainly will form TeF4। no doubt TeF6 भी मिल सकता है but it will be unstable। TeF4 will be more stable due to inert pair effect। पोलोनियम और भी ज्यादा स्टेबल होना सी बट उसको ਆਪਾਂ ਪੜ੍ਹਦੇ ਹੀ ਨਹੀਂ ਕਿਉਂਕਿ पोलोनियम is radioactive बच्चे, ठीक है ना। so these are some of the major points regarding the oxidation states of group 16। ਹੁਣ ਇੱਕ ਦੋ ਹੋਰ ਚੀਜ਼ਾਂ ਜਿਹੜੀਆਂ ਆਪਾਂ ਪਹਿਲਾਂ +1 ਚ ਪੜ੍ਹ ਕੇ ਆਉਂਦੇ ਹਾਂ ਬੱਚੇ। ਸੋ ਦੇਖੋ ਧਿਆਨ ਨਾਲ। so the elements are oxygen, sulfur, selenium, tellurium, polonium। fine। now so ਇੱਕ ਟਰਮ ਹੁੰਦੀ ਹੈ ਬੱਚੇ इलेक्ट्रोनेगेटिविटी एंड दूसरी टर्म होंगी है बच्चे इलेक्ट्रॉन अफिनिटी। ये आप पढ़ते हैं +1 पीरियोडिक टेबल एंड केमिकल बॉन्डिंग। दोनों दे विच बेसिक डिफरेंस की हुंदा है ना। सो दोनों दे विच डिफरेंस की है देखो ਹੁਣ ਧਿਆਨ ਨਾਲ ਸੁਣੋ ਬੱਚੇ। ਦੋਨੋਂ ਹੀ ਟਰਮਸ ਆਪਾਂ ਯੂਜ਼ ਕਰਦੇ ਹਾਂ ਟੂ ਡਿਫਾਈਨ ਨਾਨ ਮੈਟਲਸ। ਆਪਾਂ ਨੂੰ ਪਤਾ ਹੈ ਕਿ ਨਾਨ ਮੈਟਲਸ ਆਰ ਦੋਜ਼ ਐਲੀਮੈਂਟਸ ਜਿਹੜੇ ਕਿ ਇਲੈਕਟ੍ਰੋਨ ਨੈਗੇਟਿਵ ਹੁੰਦੇ ਆ ਜਾਂ ਫਿਰ ਦੇ ਹੈਵ ਹਾਈ ਵੈਲਿਊਜ਼ ਆਫ ਇਲੈਕਟ੍ਰੋਨ ਐਫਿਨਿਟੀਜ਼, ਹੈ ਨਾ। ਦੇ ਹੈਵ ਹਾਈ ਐਫਿਨਿਟੀਜ਼ ਫॉर ਇਲੈਕਟ੍ਰॉन्स बट कुछ माइनर डिफरेंसेस है। देखो
इलेक्ट्रोनेगेटिविटी इज अ प्रॉपर्टी ऑफ बॉन्डेड एटम्स। देखो कितना ਆਪਾਂ ਕਹਿੰਦੇ ਆ ਨਾ कि सपोज अगर हाइड्रोजन ते फ्लोरीन ਦੇ ਵਿਚਕਾਰ बॉन्ड ਬਣ ਜੇ ਤਾਂ ਜਿਹੜਾ ਸ਼ੇਅਰਡ ਪੇਅਰ ਹੈ it will shift more towards fluorine and fluorine will become delta negative, hydrogen will become delta positive. This property of attracting the shared pair towards itself is known as electronegativity. So electronegativity is a property of bonded atoms. Electron affinity. So this is fluorine 2, 7. So it has 7 electrons in its outermost shell. It needs 1 electron. So is the nucleus एक इलेक्ट्रॉन बाहरों अपनी तरफ अट्रैक्ट करेगा and this fluorine will turn into F negative and during this process कुछ एनर्जी रिलीज होएगी which is known as electron affinity or electron gain enthalpy. Electron affinity or electron gain enthalpy. So the power of a bonded atom to attract the shared pair of electrons towards itself is known as electronegativity, and the power of an isolated gaseous atom to attract an electron towards itself from infinity is known as electron affinity or electron gain enthalpy. The amount of energy ਜਿਹੜੀ ਉਦੋਂ release ਹੁੰਦੀ ਹੈ that is known as, so ਆਪਾਂ ਕੀ ਲਿਖਾਂਗੇ, the amount of energy released when an electron is added to an isolated gaseous atom that is known as electron affinity. ठीक है? Now so एक atom ਦੀ property है isolated अलग atom ਦੀ and ਇਹ property है एक bonded atom ਦੀ, ठीक है ना? या ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਉਦੋਂ ਸ਼ੋ ਹੋਏਗੀ ਜਦੋਂ covalent bond ਬਣੇਗਾ, ਇਹ ਉਦੋਂ ਸ਼ੋ ਹੋਏਗੀ ਜਦੋਂ ionic bond ਬਣੇਗਾ, ਕਿਉਂਕਿ ਜਿਹੜਾ ਇਲੈਕਟ੍ਰੋਨ ਐਡ ਹੋ ਰਿਹਾ ਹੈ ਦੇਗਾ ਕੌਣ, ਕੋਈ ਨਾ ਕੋਈ ਮੈਟਲ, ਹੈ ਨਾ? चलो आप उस चीज से नहीं कंफ्यूज होते। मुद्दा इज नाउ कि जो इलेक्ट्रॉन एफिनिटी होती है, ठीक है, सो अगेन वंस अगेन आई रिपीट कि इट इज द अमाउंट ऑफ एनर्जी रिलीज्ड, एनर्जी बाहर निकलती है, बिल्कुल उल्टा ऑफ आयनाइजेशन एनर्जी। आयनाइजेशन एनर्जी की होती है जिहड़ी एनर्जी देनी पैंदी है मेटल चो इलेक्ट्रॉन बाहर निकालने लई। सो जो नॉन मेटल से इलेक्ट्रॉन ऐड होगा तो वही एनर्जी की हो जाएगी रिलीज। यू गेटिंग अ पॉइंट? सो द अमाउंट ऑफ एनर्जी रिलीज्ड when an electron is added to the outermost shell of an isolated gaseous atom. Done? Now hun pure periodic table ch most electronegative atom is fluorine of course, but सब तो ज्यादा इलेक्ट्रॉन एफिनिटी किहदी हुंदी है बच्चे? क्लोरीन दी। आप उस पॉइंट ते आवांगे हुण। द मैक्सिमम इलेक्ट्रॉन एफिनिटी किसदी है? क्लोरीन दी, ठीक है? जबकि सब तो ज्यादा इलेक्ट्रॉन नेगेटिव एटम कौन है? फ्लोरीन। जिदा कि सो देखो हुन एक फ्लोरीन दा एटम सी 2,7, दिस इज क्लोरीन 2, 8, 7 ता इलेक्ट्रॉन ऐड होया, ਇੱਥੇ भी एनर्जी रिलीज हुई। सो आहा इलेक्ट्रॉन ऐड होने ते एनर्जी रिलीज घट होएगी, ਇੱਥੇ ज्यादा एनर्जी रिलीज होएगी। सो इलेक्ट्रॉन एफिनिटी ऑफ क्लोरीन इज ग्रेटर देन दैट ऑफ फ्लोरीन। पूरे पीरियोडिक टेबल सब तो ज्यादा इलेक्ट्रॉन एफिनिटी किहदी हुंदी है? क्लोरीन दी। बट अगर एक बॉन्ड बनया होया है बिटवीन क्लोरीन एंड फ्लोरीन, तो क्लोरीन विल बी डेल्टा पॉजिटिव ऑफ कोर्स एंड फ्लोरीन विल बी डेल्टा नेगेटिव बिकॉज़ फ्लोरीन इज मोर इलेक्ट्रोनेगेटिव देन क्लोरीन। फ्लोरीन दी इलेक्ट्रोनेगेटिविटी दी वैल्यू होती है 4.0 एंड क्लोरीन दी होती है बच्चे 3.0, ऑक्सीजन इज 3.5, ठीक है? So fluorine is more electronegative than chlorine. So again once again I repeat, पूरे periodic table most electronegative atom is element is fluorine while electron affinity is highest for chlorine. सो इसी पॉइंट ਨੂੰ ਧਿਆਨ ਚ ਰੱਖਦੇ ਹੋਏ ਆਪਾਂ ਅਗਲਾ ਪੁਆਇੰਟ ਡਿਸਕਸ ਕਰ ਰਹੇ ਹਾਂ। ਦੇਖੋ ਸੋ ਆਪਾਂ ਇਸ ਦੇ ਰੀਜ਼ਨ ਤੇ ਆਨੇ ਆ, ਠੀਕ ਹੈ ਨਾ? रीजन अगेन मैं ਤੁਹਾਨੂੰ स्पॉट करूंगा बाय एक्सप्लेनिंग फ्लोरीन एंड क्लोरीन, ठीक है ना? क्योंकि ਉੱਥੇ ਇਹ ਵਾਲਾ क्वेश्चन ਆਉਣ ਦੇ ਜ਼ਿਆਦਾ ਚਾਂसेस ਹੁੰਦੇ ਆ। बट सो अपना नेक्स्ट ग्रुप की होएगा फ्लोरीन, क्लोरीन, ब्रोमीन, आयोडीन एंड एस्टनीन। ਤੇ ਆਪਾਂ ਕਹਿੰਦੇ ਹੁੰਦੇ ਆ ਕਿ while moving down the group
जो इलेक्ट्रॉन एफिनिटी हुंदी है दैट डिक्रीजेस। सो मैं उम्मीद की कर रहे हैं कि सब तो घट होएगी एस्टेनीन दी। आयोडीन ग्रेटर देन एस्टेनीन, ब्रोमीन ग्रेटर देन आयोडीन, क्लोरीन ग्रेटर देन ब्रोमीन, बट फ्लोरीन इज लेस देन क्लोरीन। सिमिलरली ये सब तो घट, ज्यादा ज्यादा, सल्फर सेलेनियम तो ज्यादा, बट सल्फर दी इलेक्ट्रॉन एफिनिटी इज ग्रेटर देन दैट ऑफ ऑक्सीजन। हुण उसका रीजन की है बच्चे, मैं सानू फिर फ्लोरीन ते क्लोरीन दी एग्जांपल लेके समझा रहा हूं। हुण इधर देखो, सो लेट इट बी कि दिस इज एन एटम ऑफ फ्लोरीन 2,7। क्लियर नाउ? So fluorine atomic number 9, 2,7. So 1, 2. So 1, 2, 3, 4, 5, 6 and 7. Clear बच्चे? So this is an atom of fluorine. हम मैं chlorine का बना रहे हैं 2, 8 and 7. ठीक है? मैं सिर्फ आउटर शेल शो कर देना एक बार। 1, 2, 3, 4, 5, 6, 7. So बच्चे हम सुनो, मतलब कीपिंग ऑल द लॉजिक्स असाइड, अगर मैं सुनो वैसे ही क्वेश्चन पूछा कि मैं इलेक्ट्रॉनिक ऐड करना है, तब किस दे विच इजीली ऐड हो जाएगा इलेक्ट्रॉन? ਇਹਦੇ ਵਿੱਚ ਕਿ ਇਹਦੇ ਵਿੱਚ? है ना? दो डायग्राम्स थोड़े अगे बनिया हुई हैं। अगर मैं ਤੁਹਾਨੂੰ क्वेश्चन पूछा कि बच्चे इलेक्ट्रॉन ऐड करना मैंने किस च ईजी है, तो थोड़े वालों भी बट ऑब्वियसली आंसर आऊगा कि सर नीचे वाले च ऐड ईजीली हो जाएगा क्योंकि ਉੱਥੇ इलेक्ट्रॉन्स ਦਾ ਕਰਾਊਡ ਬਹੁਤ ਘੱਟ ਹੈ। ਇੱਥੇ ਤਾਂ ਆਲਰੇਡੀ ਬਹੁਤ ਸਾਰੀ ਕਰਾਊਡਿੰਗ ਹੋਈ ਪਈ ਹੈ। ਤੁਹਾਨੂੰ ਨਹੀਂ ਲੱਗ ਰਿਹਾ ਕਿ ਇੱਕ ਛੋਟੇ ਜਿਹੇ ਸ਼ੈਲ ਦੇ ਵਿੱਚ ਪਹਿਲਾਂ ਹੀ ਇਲੈਕਟ੍ਰॉन्स ਹੋਏ ਪਏ ਹੈ, ਜੋ ਕਿ ਇੱਥੇ ਤਾਂ ਬਹੁਤ ਘੱਟ ਇਲੈਕਟ੍ਰॉन्स ਹੈ। ਜਿਹੜਾ ਨਵਾਂ ਇਲੈਕਟ੍ਰॉन ਹੈ ਉਹ ਬੜੀ ਈਜ਼ੀਲੀ ਐਂਟਰ ਕਰ ਸਕਦਾ ਹੈ। ਠੀਕ ਹੈ? ਸੋ ਹੁਣ ਲੌਜਿਕ ਤਾਂ ਆਪਣਾ ਇਹੀ ਹੁੰਦਾ ਹੈ ਕਿ ਜਿੰਨਾ ਛੋਟਾ ਐਟਮ ਹੋਏਗਾ ਇਲੈਕਟ੍ਰॉन ਪਾਸ ਹੋਊਗਾ, ਨਿਊਕਲੀਅਸ ਆਪਣੇ ਵੱਲ ਜਲਦੀ ਅਟਰੈਕਟ ਕਰੂਗਾ। ਬਟ ਫਲੋਰੀਨ ਦੇ ਕੇਸ 'ਚ ਆਪਾਂ ਕੀ ਲਿਖਾਂਗੇ ਕਿ ਇੱਕ ਛੋਟੇ ਜਿਹੇ ਸੈਕੰਡ ਸ਼ੈਲ ਦੇ ਵਿੱਚ ਆਲਰੇਡੀ देयर आर 7 ਇਲੈਕਟ੍ਰॉन्स। ਸੋ ਪਹਿਲਾਂ ਹੀ ਉੱਥੇ ਓਵਰ ਕਰਾਊਡਿੰਗ ਹੋਈ ਵੀ ਹੈ ਬੱਚੇ, ਤਾਂ ਉਸ ਓਵਰ ਕਰਾਊਡਿੰਗ ਕਰਕੇ ਜਿਹੜੇ ਉਹ 7 ਇਲੈਕਟ੍ਰॉन्स ਆਲਰੇਡੀ ਪ੍ਰੈਜ਼ੈਂਟ ਹੈ, ਉਹ ਨਵੇਂ ਆਉਣ ਵਾਲੇ ਇਲੈਕਟ੍ਰॉन ਨੂੰ ਰਿਪਲਸ਼ਨ ਦੇਣਗੇ एंड उसनु ईजिली एंटर नहीं होने देंगे। ठीक है? जबकि क्लोरीन दे केस च एहो जा कोई सीन ही नहीं है, इलेक्ट्रॉन ईजिली एंटर हो सकता है। सो क्लोरीन हैज अ ग्रेटर इलेक्ट्रॉन एफिनिटी एज कंपेयर टू फ्लोरीन, एंड सिमिलरली सो सेम पॉइंट, सल्फर हैज अ ग्रेटर इलेक्ट्रॉन एफिनिटी एज कंपेयर टू ऑक्सीजन। ठीक है? अपना आंसर की हो जाएगा कि ऑक्सीजन दे केस इट विल बी 2,6। सो एक छोटे ਜਿਹੇ ਸੈਕੰਡ ਸ਼ੈਲ ਦੇ ਵਿੱਚ देयर आर ऑलरेडी 6 ਇਲੈਕਟ੍ਰॉन्स, ਜਿਹਦੇ ਕਰਕੇ ਆਲਰੇਡੀ ਉਹ ਕਾਫੀ ਕਰਾਊਡਡ ਹੈ ਤੇ ਨਵੇਂ ਇਲੈਕਟ੍ਰॉन ਨੂੰ ਆਉਣ ਲਈ ਉਨੀ ਅਟਰੈਕਸ਼ਨ ਨਹੀਂ ਮਿਲ ਪਾਉਂਦੀ, ਕਿਉਂਕਿ ਜਿਹੜੇ ਆਲਰੇਡੀ ਇਲੈਕਟ੍ਰॉन्स ਪ੍ਰੈਜ਼ੈਂਟ ਨੇ, ਕਰਾਊਡਡ ਇਲੈਕਟ੍ਰॉन्स, ਦੇ ਵਿਲ ਰਿਪੈਲ ਦ ਇਨਕਮਿੰਗ ਇਲੈਕਟ੍ਰॉन। ਸਲਫਰ ਦੇ ਕੇਸ 'ਚ ਇਹੋ ਜਿਹਾ ਕੋਈ ਸੀਨ ਨਹੀਂ ਹੋਏਗਾ ਕਿਉਂਕਿ ਸੈਕੰਡ ਥਰਡ ਸ਼ੈਲ ਕਾਫੀ ਵੱਡਾ ਹੈ, ਉਹਦੇ ਵਿੱਚ ਜਿਹੜੇ ਉਹ 6 ਇਲੈਕਟ੍ਰॉन्स ਨੇ ਉਹਨਾਂ ਦੇ ਵਿਚਕਾਰ ਕਾਫੀ ਸਪੇਸਿਸ ਹੋਣਗੀਆਂ ਜਿਹਦੇ ਵਿੱਚ ਨਵਾਂ ਇਲੈਕਟ੍ਰॉन ਈਜ਼ੀਲੀ ਐਂਟਰ ਕਰ ਸਕਦਾ ਹੈ। ਸੋ ਬੱਚੇ ਯਾਦ ਰੱਖਣਾ ਹੈ, ਇਲੈਕਟ੍ਰॉन ਐਫਿਨਿਟੀ ਮੂਵਿੰਗ ਡਾਊਨ ਦ ਗਰੁੱਪ ਡਿਕਰੀਜ਼ ਕਰਦੀ ਹੈ, ਬਟ ਸਲਫਰ ਦੀ ਇਲੈਕਟ੍ਰॉन ਐਫਿਨਿਟੀ ਆਕਸੀਜਨ ਤੋਂ ਜ਼ਿਆਦਾ ਹੈ, क्लोरीन भी फ्लोरीन तो ज्यादा है। So in spite of the fact कि फ्लोरीन is the most electronegative element, is the strongest oxidizing agent, but still सब तो ज्यादा इलेक्ट्रॉन एफिनिटी की दी है क्लोरीन दी, क्योंकि एक छोटे ਜਿਹੇ ਸ਼ੈਲ ਦੇ ਵਿੱਚ already there is overcrowding of electrons। so ਇੱਕ ਨਵਾਂ ਇਲੈਕਟ੍ਰॉन ਐਂਟਰ ਕਰਨਾ ਉਨਾ ਈਜ਼ੀ ਨਹੀਂ ਹੈ ਜਿੰਨਾ ਕਿ क्लोरीन ਦੇ ਕੇਸ ਵਿੱਚ ਹੈ। ਡਨ? ਕਲੀਅਰ? एक और पॉइंट सुनो मैं क्लियर करना है रिगार्डिंग इलेक्ट्रॉन एफिनिटीज। सो देखो बच्चे, सो जिदा कि मैं सुनो डेफिनेशन दी है कि हाउ डू यू डिफाइन इलेक्ट्रॉन एफिनिटी। इलेक्ट्रॉन एफिनिटी इज द अमाउंट ऑफ एनर्जी रिलीज्ड। इलेक्ट्रॉन एफिनिटी इज द अमाउंट ऑफ एनर्जी रिलीज्ड व्हेन इलेक्ट्रॉन इज एडेड टू द आइसोलेटेड गैसियस एटम, है ना। देखो जिदा कि एक मैटल हुंदा है सोडियम वगैरह, उसनों आपां कुछ एनर्जी दिन्ने आ
ते it ionizes and the electron leaves, ठीक है। तो similarly एक non metal it gains electron and becomes negative and the energy is released and इसी करके ਆਪਾਂ ਕਹਿੰਦੇ ਹੁੰਦੇ ਆ कि ionization is an endothermic process, energy gain ਹੁੰਦੀ है endothermic, जबकि electron affinity losing of electron is an exothermic process, उस दे दौरान एनर्जी बचे रिलीज ਹੁੰਦੀ है, exothermic process है ना। बट उन्हें क्वेश्चन की आएगा, देखो सो क्वेश्चन की ਹੁੰਦਾ बच्चे, क्योंकि इस पूरे ग्रुप में तो सिर्फ एक इलेक्ट्रॉन की जरूरत है, इलेक्ट्रॉन आएगा ऐड हो जाएगा एनर्जी रिलीज हो जाएगी। बट ਜਿਹੜਾ ਆਹ ਵਾਲਾ ਗਰੁੱਪ ਹੈ ਇਹਨਾਂ ਨੂੰ ਕਿੰਨੇ ਇਲੈਕਟ੍ਰॉन्स ਦੀ ਲੋੜ ਹੈ, 2 ਇਲੈਕਟ੍ਰॉन्स, ਇਹ 2 ਇਲੈਕਟ੍ਰॉन्स ਗੇਨ ਕਰਕੇ ਸਟੇਬਲ ਹੁੰਦੇ ਨੇ। ਸੋ ਇਸ ਦੇ ਵਿੱਚ ਕੁਐਸਚਨ ਕੀ ਬਣੂਗਾ, ਸਪੋਜ਼ ਦਿਸ ਇਜ਼ ਆਕਸੀਜਨ ਜਾਂ ਸਲਫਰ ਜਿਸ ਦੇ ਬਾਹਰਲੇ ਸ਼ੈਲ ਚ देयर आर 6 ਇਲੈਕਟ੍ਰॉन्स, ਇੱਕ ਇਲੈਕਟ੍ਰॉन ਆਇਆ ਬੱਚੇ and they will turn into uninegative ion, ठीक है। but still ਇਹਨਾਂ ਕੋਲ outermost shell ਦੇ ਵਿੱਚ 7 ਇਲੈਕਟ੍ਰॉन्स ਹੀ ਹੋਏ, ठीक है। they will gain one more electron and complete their octet, so octet complete हो गया बच्चे ऑक्सीजन का। I hope clear now। ਹੁਣ ਜਿਹੜੀ ਆ फर्स्ट प्रोसेस है, जो पहला इलेक्ट्रॉन ऐड होया तो एनर्जी रिलीज होएगी and this energy is known as electron affinity 1, ठीक है। ਹੁਣ जो सेकंड इलेक्ट्रॉन ऐड होया बच्चे, बेशक ਆਪਾਂ इलेक्ट्रॉन affinity कहने हैं कि it is negative ਤੇ એનર્ਜੀ ਰਿਲੀਜ਼ ਹੁੰਦੀ ਹੈ, ਬਟ ਉਹ ਸਿਰਫ ਪਹਿਲੀ ਹੁੰਦੀ ਹੈ, ਉਸ ਤੋਂ ਬਾਅਦ ਅਗਰ ਇਲੈਕਟ੍ਰॉन ਐਡ ਹੋਊਗਾ ਤਾਂ ਆਪਾਂ ਨੂੰ એનર્ਜੀ ਦੇਣੀ ਪਏਗੀ। So second electron affinity will have positive values, it is an endothermic process। उसका रीजन की है ਹੁਣ, सो एक सिंपल ਜਿਹਾ ਫੰਡਾ ਦੇਖੋ ਕਿ ਆਕਸੀਜਨ ਦੇ ਵਿੱਚ ਜਦੋਂ ਪਹਿਲਾ ਇਲੈਕਟ੍ਰॉन ਐਡ ਹੋ ਰਿਹਾ, ਦੇਖੋ ਆਕਸੀਜਨ ਨੂੰ ਇਲੈਕਟ੍ਰॉन ਦੀ ਜ਼ਰੂਰਤ ਤਾਂ ਹੈਗੀ ਹੋਈ ਹੈ, ਇਹ ਨਿਊਟਰਲ ਇਹ ਨੈਗੇਟਿਵ ਉਹ ਫਟਾਫਟ ਇਲੈਕਟ੍ਰॉन ਨੂੰ ਗੇਨ ਕਰੂਗਾ, ਸੋ ਉਹ ਤਾਂ ਇੱਕ ਨਾਰਮਲ ਪ੍ਰੋਸੈਸ ਹੈ। ਜਦੋਂ ਬੱਚੇ ਸੈਕੰਡ ਇਲੈਕਟ੍ਰॉन ਐਡ ਹੋ ਰਿਹਾ ਹੈ ਤਾਂ ਦੇਖੋ ਇਲੈਕਟ੍ਰॉन ਵੀ ਨੈਗੇਟਿਵ ਹੈ ਤੇ ਆਕਸੀਜਨ ਵੀ ਨੈਗੇਟਿਵ ਹੋ ਚੁੱਕਿਆ, ਐਂਡ ਨੈਗੇਟਿਵ ਵਿਲ ਰਿਪੈਲ ਈਚ ਅਦਰ। ਨੈਗੇਟਿਵ ਤੇ ਨੈਗੇਟਿਵ ਆਪਸ ਵਿੱਚ ਕੀ ਕਰਨਗੇ ਬੱਚੇ, ਰਿਪੈਲ। ਸੋ ਜਦੋਂ ਆਪਸ ਵਿੱਚ ਰਿਪਲਸ਼ਨ ਹੋਏਗੀ, ਠੀਕ ਹੈ, ਤਾਂ ਇਲੈਕਟ੍ਰॉन ਪਾਸ ਨਹੀਂ ਜਾਊਗਾ, ਤਾਂ ਆਪਾਂ ਨੂੰ એનર્ਜੀ ਦੇਣੀ ਪਏਗੀ ਇਲੈਕਟ੍ਰॉन ਨੂੰ ਪੁਸ਼ ਕਰਕੇ ਆਕਸੀਜਨ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਐਡ ਕਰਨਾ ਪਊਗਾ। ਯੂ ਗੈਟਿੰਗ ਅ ਪੁਆਇੰਟ, समझ गए ना। सो याद रखना है फर्स्ट इलेक्ट्रॉन एफिनिटी हैज नेगेटिव वैल्यू, जबकि सेकंड इलेक्ट्रॉन एफिनिटी फॉर ऑक्सीजन कह लो, सल्फर कह लो, कोई भी एलिमेंट कह लो, तो इट विल हैव पॉजिटिव वैल्यूज, क्योंकि जेड़ा सेकंड इलेक्ट्रॉन है इट विल फेस रिपल्शन फ्रॉम द यूनिनेगेटिव आयन एंड उस यूनिनेगेटिव आयन तो रिपल्शन फेस करन करके ਆਪਾਂ ਨੂੰ ਉਸ ਨੂੰ ਬਾਹਰੋਂ એનર્ਜੀ ਦੇ ਕੇ ਉਸ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਐਡ ਕਰਨਾ ਪਏਗਾ ਬੱਚੇ, ठीक है। सो these were some of the basic things जो अपन को पता होनी चाहिए before we start off with group 16, ठीक है ना, इस चैप्टर का सेकंड ग्रुप। नाउ अपन अपने क्वेश्चंस ते आने हैं एंड पिछले ग्रुप दी ही तरह अपन वन बाय वन क्वेश्चंस को डिस्कस करना स्टार्ट कर रहे हैं। सो बच्चे हैव अ लुक एट क्वेश्चन नंबर 76। So we shall start with group 16 short answer questions. Name the elements of group 16 and write their electronic configurations. Done. 77th, write the characteristics in terms of atomic and ionic radius. They will increase down the group. Ionization energies, they will decrease down the group. Metallic character बच्चे वो increase ਹੁੰਦਾ ਜਾਏਗਾ। Oxygen, sulfur and to the most selenium they are regarded as non-metals. Tellurium is a metalloid, polonium is a weak metal। वैसे ਆਪਾਂ कहते हैं कि oxygen and sulfur are pure non-metals, selenium and tellurium can be regarded as metalloids and polonium as metal। So 78, the first ionization energy of group 16 are lower than that of group 15, ठीक है बच्चे। सो एक नॉर्मल ट्रेंड है, ठीक है।
सॉरी ध्यान ਨਾਲ सुनो देखो ਆਪਾਂ फर्स्ट +1 पीरियोडिक टेबल च पढ़ लिए हैं the question is the first ionization enthalpies of group 16 are lower than group 15 so देखो बच्चे ये भी एक एक्सेप्शनल केस ਹੁੰਦਾ है so देखो ਆਪਾਂ ਕਹਿੰਦੇ हैं कि लीथियम बेरिलियम बोरॉन कार्बन नाइट्रोजन ऑक्सीजन फ्लोरीन neon similarly we have sodium magnesium aluminium silicon phosphorus sulfur chlorine and argon ठीक है तो जिमें जिमें बच्चे ਆਪਾਂ we move towards right in a particular period the ionization energy values they go on increasing ionization energy ਵੱਧਦੀ ਜਾਂਦੀ ਹੈ ਨਾ so noble gases ਦੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ due to completely filled shells so fluorine is greater than oxygen nitrogen greater than carbon carbon greater than boron beryllium greater than lithium but beryllium ਦੀ boron ਤੋਂ ਜ਼ਿਆਦਾ ਹੁੰਦੀ ਹੈ and nitrogen ਦੀ oxygen ਤੋਂ ਜ਼ਿਆਦਾ ਹੁੰਦੀ ਹੈ ਇਹੀ ਆਪਣਾ question ਹੈ कि the first ionization enthalpies of group 16 are lower than that of group 15 similarly phosphorus greater than sulfur and magnesium greater than aluminium बेशक अपना सिलेबस यही वाला क्वेश्चन है बट स्टिल मैं ਤੁਹਾਨੂੰ ਦੋਨਾਂ ਦੇ ਰੀਜ਼ਨਸ ਦੱਸਾਂਗਾ ਹਨਾ ਸੋ ਦੇਖੋ ਬੱਚੇ बेरिलियम ਦੀ इलेक्ट्रॉनिक कॉन्फ़िगरेशन की है 1s2 2s2 so fully filled subshells highly stable ठीक है as compared to boron जबकि boron ਦੀ इलेक्ट्रॉनिक कॉन्फ़िगरेशन is 1s2 2s2 2p1 so अपन को clearly दिख रहा है कि if it loses this one electron it will become highly stable so the first electron remove करना will be easier from boron so the first ionization energy of boron will be less than that of beryllium and similarly nitrogen is 2s2 2p3 so 2p3 it is half filled बच्चे highly stable oxygen is 2s2 2p4 so we can clearly see कि अगर मैं एक इलेक्ट्रॉन ऑक्सीजन ਦੇ ਵਿੱਚੋਂ ਰਿਮੂਵ ਕਰ ਦਵਾਂ ਤਾਂ oxygen will become highly stable just like nitrogen ਠੀਕ ਹੈ ਨਾ ਉਸ ਦੇ p ਦੇ ਵਿੱਚ ਹਾਫ ਇਲੈਕਟ੍ਰॉन्स ਰਹਿ ਜਾਣਗੇ ਠੀਕ ਹੈ so ਇਸ ਲਈ ਇੱਕ ਇਲੈਕਟ੍ਰॉन ਫਰਸਟ ਇਲੈਕਟ੍ਰॉन ਰਿਮੂਵ ਕਰਨਾ will be easier from oxygen and similarly we can compare phosphorus and sulfur phosphorus is 3s2 3p3 and sulfur is 3s2 3p4 so again phosphorus it has half filled p subshell जबकि ਇੱਥੇ ਆਪਣੇ ਕੋਲ ਇੱਕ ਇਲੈਕਟ੍ਰॉन ਲੂਜ਼ ਕਰਕੇ half filled ਬਣੇਗਾ so we can say कि group 16 ਦੇ ਵਿੱਚੋਂ first electron remove करना is easier done now question number 79 the first electron gain enthalpy for oxygen and sulfur has negative values while the second has positive ये मैं ਤੁਹਾਨੂੰ ਸਾਰਾ explain ਕਰ ਚੁੱਕਿਆ ठीक है question number 80 oxygen unexpectedly has low electron gain enthalpy ये भी हो चुका अपन ने क्या सीखी क्लोरीन ਦੀ electron gain enthalpy फ्लोरीन ਨਾਲੋਂ ਜ਼ਿਆਦਾ ਹੈ सल्फर ਦੀ ऑक्सीजन ਨਾਲੋਂ ਜ਼ਿਆਦਾ है explained question number 81 why ionization enthalpy of sulfur is lower than that of oxygen so एक normal trend while moving down the group आयनाइजेशन एनर्जी डिक्रीजेस क्यों क्योंकि एटम ਦਾ ਸਾਈਜ਼ ਰੇਡੀਅਸ ਵਧਦਾ ਜਾਂਦਾ ਹੈ ਨੰਬਰ ਆਫ ਸ਼ੈਲਸ ਵਧਦੇ ਜਾਂਦੇ ਹੈ ਸਕਰੀਨਿੰਗ ਇਫੈਕਟ ਵਧਦਾ ਜਾਂਦਾ ਹੈ ਜਿਸ ਦੇ ਕਰਕੇ the hold of the nucleus over the outermost electron decreases and it becomes easier to remove the electrons and that is why the ionization energy values they decrease down the particular group so question number 82 why electron gain enthalpy of oxygen is exceptionally lower than sulfur so ye aapa explain kar chuke question number 83 oxygen exists as a gas while sulfur exists as a solid at room temperature just like aapa ne kita si in the previous group so मैं सब वो तो दस चुके हैं बट जस्ट एक बार मैं वैसे ही हल्का सा रिवाइज करवा देना है so that it strikes your mind so अपन ने कीता सी कि nitrogen is a gas because it can form p pi bonds
एंड वो पी पाई बॉन्ड्स बना के एक ट्रिपल बॉन्ड बना के इट विल एग्जिस्ट एज अ स्मॉल मॉलिक्यूल N2, ठीक है। फॉस्फोरस कैनॉट फॉर्म पी पाई बॉन्ड्स, सो अपने 3 बॉन्ड्स और 3 अलग अलग फॉस्फोरस नाल बनाऊंगा and it exists as a tetrahedron molecule with formula P4. So size एकदम increase हो जाएगा, size increase होने नाल की increase हो जाएंगियां van der Waals forces, and that is why phosphorus exists as a solid and nitrogen is a gas. Now similar answer for oxygen and sulfur. So oxygen due to its small size can form p pi bonds. सो एक सिग्मा बॉन्ड तो बनाएगा ही बनाएगा, बट नाल एक पाई बॉन्ड बना के इट विल एग्जिस्ट एज अ स्मॉल मॉलिक्यूल ऑफ O2. सल्फर जो है बच्चे ਉਹ पाई बॉन्ड्स का बना नहीं सकता, सो वो 2 अलग अलग सल्फर्स नाल 2 अलग अलग सिग्मा बॉन्ड्स बना के एक क्राउन शेप्ड स्ट्रक्चर ਦੇ ਵਿੱਚ ਮਿਲਦਾ ਹੈ। ਆਪਾਂ ਉਸ ਨੂੰ क्राउन शेप्ड स्ट्रक्चर भी बोल सकते हैं, W शेप भी बोल सकते हैं, एंड it exists as S8, so like this. So just like a W, ठीक है। So these are your 8 sulfur atoms, ठीक है। So sulfur is S8. So बच्चे molecule the size becomes quite large. So molecule the size बदलने नाल, so again once again I repeat कि van der Waals forces they become many folds, ठीक है ना। तो van der Waals forces increase होने करके जी फिजिकल स्टेट है वो गैस तो डायरेक्टली सॉलिड हो जाती है, ठीक है। सो कम ऑन टू क्वेश्चन नंबर 84, जस्ट अ रेपिटेशन। सो देखो, नेम द एलिमेंट्स ऑफ ग्रुप 16 व्हिच हैव मैक्सिमम आयनाइजेशन एनर्जी, बिल्कुल एट द टॉप सल्फर। नंबर 2, हाईएस्ट मेटालिक कैरेक्टर, बिल्कुल एट द बॉटम पोलोनियम। हाईएस्ट इलेक्ट्रॉन नेगेटिविटी, बिल्कुल एट द टॉप ऑक्सीजन। अगर पूछा होता हाईएस्ट इलेक्ट्रॉन एफिनिटी, देन सल्फर। हाईएस्ट मेल्टिंग पॉइंट, सो मेल्टिंग पॉइंट इंक्रीजेस डाउन द ग्रुप, बट पोलोनियम इज रेडियोएक्टिव अनस्टेबल, सो इसका कट होएगा। सो टेल्यूरियम हैज द मैक्सिमम मेल्टिंग पॉइंट। डन। नाउ क्वेश्चन नंबर 85, the tendency to show -2 oxidation state diminishes from sulfur to polonium. So बच्चे की कह रहे हैं, जिदा ਆਪਾਂ ਨੇ ਕਿਹਾ ਕਿ 3 oxidation states show करता है -2 +4 and +6। ਤਾਂ ਆਕਸੀਜਨ ਆਪਾਂ ਨੂੰ ਮੋਸਟਲੀ ਮਿਲਦੀ ਹੀ -2 ਚ ਹੈ। ਸਲਫਰ ਦੇ ਬਹੁਤ ਸਾਰੇ ਕੰਪਾਊਂਡਸ -2 ਚ ਮਿਲਦੇ ਨੇ, ਬਟ ਐਟ ਦ ਸੇਮ ਟਾਈਮ ਬਹੁਤ ਸਾਰੇ ਕੰਪਾਊਂਡਸ +4 ਐਂਡ +6 ਚ ਵੀ ਮਿਲਦੇ ਆ। ਸੈਲੀਨੀਅਮ ਚ ਹੋਰ ਜ਼ਿਆਦਾ ਮਿਲਨੇ ਸਟਾਰਟ ਹੋ ਜਾਂਦੇ ਨੇ। ਟੈਲੂਰੀਅਮ ਵਗੈਰਾ ਦੇ ਤਾਂ ਬੱਚੇ ਆਪਾਂ ਨੂੰ -2 ਦੇ ਵਿੱਚ ਕੰਪਾਊਂਡਸ ਕੋਈ ਮਿਲਦੇ ਹੀ ਨਹੀਂ, ਰੇਅਰਲੀ ਮਿਲਦੇ ਆ, मतलब मिलते तो है बट रेयरली। सो व्हाट डज इट मीन कि जिवें जिवें ਆਪਾਂ ਨੀਚੇ ਆ ਰਹੇ ਹਾਂ 네ਗੇਟਿਵ ਆਕਸੀਡੇਸ਼ਨ ਸਟੇਟਸ ਡਿਕਰੀਜ਼ ਹੁੰਦੀਆਂ ਜਾਂਦੀਆਂ ਤੇ ਪੋਜ਼ਿਟਿਵ ਆਕਸੀਡੇਸ਼ਨ ਸਟੇਟਸ ਇੰਕਰੀਜ਼ ਹੁੰਦੀਆਂ ਜਾਂਦੀਆਂ। ਸੋ ਬਿਲਕੁਲ ਸਿੰਪਲ ਆਨਸਰ ਹੈ, ਆਪਾਂ ਕਹਾਂਗੇ ਕਿ ਨੀਚੇ ਆਂਦੇ ਆਂਦੇ ਮੈਟੈਲਿਕ ਕਰੈਕਟਰ ਇੰਕਰੀਜ਼ ਹੁੰਦਾ ਜਾ ਰਿਹਾ ਹੈ। ਤੇ ਜਿਹੜੇ ਮੈਟਲਸ ਨੇ ਦੇ ਲੂਜ਼ ਇਲੈਕਟ੍ਰॉन्स ਨਾ ਕਿ ਗੇਨ, ਹੈ ਨਾ। ਹੁਣ ਉਸ ਦਾ ਵੀ ਰੀਜ਼ਨ ਹੈ, ਤੁਸੀਂ ਕਹੋਗੇ ਕਿ ਜਿਵੇਂ ਜਿਵੇਂ ਆਪਾਂ ਨੀਚੇ ਆ ਰਹੇ ਹਾਂ number of shells are increasing, screening effect is increasing, so the hold of the nucleus over the outermost electrons is decreasing, जिस दे करके electrons ਨੂੰ remove करना is becoming very easy, ठीक है। so नीचे आंदे आंदे ग्रुप ਦੇ ਵਿੱਚ जो electronegative character है, ability to gain electrons decrease करता जाता है, and electropositive character, ability to lose electrons वो increase करता जाता है, and that is why negative oxidation states decrease कर दिया जाएंगियां and positive oxidation states the compounds increase करते जाएंगे। Done? Now question number 86, it says oxygen exhibits -2 oxidation, so repetition ही है बच्चे, -2 oxidation state only, while the other members they show +4 and +6 oxidation states as well. So same answer. Hanji. Now question number 87, just like we discussed in case of nitrogen, so बिल्कुल same ਉਹੀ ਚੀਜ਼ਾਂ ਆਪਾਂ ਹੁਣ ਇੱਥੇ ਡਿਸਕਸ ਕਰਾਂਗੇ।
सो अपन ने डिस्कस किया सी इफ यू रिमेंबर एनामलस बिहेवियर ऑफ नाइट्रोजन तो ऐदा ही आप डिस्कस करांगे एनामलस बिहेवियर ऑफ ऑक्सीजन नाउ बच्चे तो पहला आप सेम वे नाल करांगे कि व्हाई इट इज डिफरेंट फ्रॉम अदर एलिमेंट्स फिर आप करांगे हाउ इट इज डिफरेंट फ्रॉम अदर एलिमेंट्स। तो बच्चे देखो हाउ ऑक्सीजन इज सो व्हाई ऑक्सीजन इज एनामलस बाकी एलिमेंट्स तो क्यों डिफरेंट है वही सेम 3 रीजंस आपने लिखने हैं। सो नंबर 1 इट्स स्मॉल साइज सो पहली एलिमेंट है। नंबर 2 वेरी हाई इलेक्ट्रोनेगेटिविटी सो बाकी एलिमेंट्स के मुकाबले इलेक्ट्रोनेगेटिविटी इसकी बहुत ज्यादा है ठीक है। नंबर 3 it does not have d orbitals so absence of d orbitals in the outermost shell of oxygen ठीक है। सो ये रीजंस है कि ऑक्सीजन बाकियां तो अलग क्यों है हुन ਆਪਾਂ ने करना है कि बाकियां तो अलग किवें है ठीक है। सो जो फर्स्ट रीजन है बच्चे सो फर्स्ट पॉइंट है जो सॉरी सो दैट इज इट्स फिजिकल स्टेट सो आप ऑलरेडी कर चुके हैं ठीक है कि ऑक्सीजन इज अ गैस बाकी सारे की ने बच्चे सॉलिड ठीक है। फिर सेकेंडली आप एटॉमिसिटी भी लिख सकते हैं ऑक्सीजन इज डायटोमिक ठीक है सल्फर इज ऑक्टाएटॉमिक 8 ठीक है ना। नाउ नेक्स्ट इज कोवेलेंसी सो कितने कोवेलेंट बॉन्ड्स बना सकता है कोई है ना। सो ऑक्सीजन दे बच्चे अपन सिर्फ 2 कोवेलेंट बॉन्ड्स बनते हैं ठीक है ना जबकि बाकी सारे दे कैन फॉर्म अप टू 6 कोवेलेंट बॉन्ड्स SF6 अपन मिलता है ठीक है ना। सो दे कैन फॉर्म अप टू सो ना दी कोवेलेंसी कैन बी अप टू 6 ठीक है ना। SF6 का स्ट्रक्चर की ਹੁੰਦਾ है ऑक्टाहेड्रल जबकि ऑक्सीजन वाटर OF2 Cl2O ये सारे की ਹੁੰਦੇ ਨੇ बच्चे बेंड शेप्ड ठीक है ना। चलो आप स्ट्रक्चर्स तो बाद विच भी करांगे। सो ऑक्सीजन सिर्फ 2 कोवेलेंट बॉन्ड्स बना के अपना ऑक्टेट पूरा कर लेगा उस तो ज्यादा कोवेलेंट बॉन्ड्स वो नहीं बना सकता अगेन ड्यू टू द एब्सेंस ऑफ d ऑर्बिटल्स ठीक है ना। जबकि ये सारे बना सकते हैं एक 6 कोवेलेंट बॉन्ड्स तक बना सकते हैं ठीक है ना। नेक्स्ट p pi बॉन्डिंग ठीक है। So oxygen due to its small size can easily form pi bonds and exist as O2 जबकि बाकी सारे due to their large sizes वो pi bonds नहीं बना सकते ठीक है ना। अपन p pi bonding भी कह सकते हैं मल्टीपल बॉन्डिंग भी कह सकते हैं कि ऑक्सीजन डबल बॉन्ड्स बना सकता है बाकी सारे डबल बॉन्ड्स ता करके नहीं बना सकते बच्चे ठीक है। नाउ ऑक्सीडेशन स्टेट्स सो इस दे विच ਆਪਾਂ ਕੀ ਲਿਖ ਸਕਦੇ ਹਾਂ ਕਿ ਆਕਸੀਜਨ ਸਿਰਫ ਔਰ ਸਿਰਫ ਮੇਨਲੀ 네ਗੇਟਿਵ ਆਕਸੀਡੇਸ਼ਨ ਸਟੇਟ ਸ਼ੋ ਕਰਦਾ ਹੈ। ਪੋਜ਼ਿਟਿਵ ਆਕਸੀਡੇਸ਼ਨ ਸਟੇਟ ਦੇ ਵਿੱਚ ਤਾਂ ਸਲਫਰ ਆਕਸੀਜਨ ਦੇ ਵਿੱਚ ਸਿਰਫ 2 ਹੀ ਕੰਪਾਊਂਡਸ ਮਿਲਦੇ ਨੇ O2F2 ਐਂਡ OF2 ਜਦਕਿ ਬਾਕੀ ਸਾਰਿਆਂ ਦੇ ਵਿੱਚ ਪੋਜ਼ਿਟਿਵ ਆਕਸੀਡੇਸ਼ਨ ਸਟੇਟਸ ਦੇ ਆਪਣੇ ਕੋਲ ਨਿਊਮਰਸ ਕੰਪਾਊਂਡਸ ਮਿਲ ਜਾਂਦੇ ਆ ਐਂਡ ਉਹਨਾਂ ਦੀ ਟੈਂਡੈਂਸੀ ਨੀਚੇ ਜਾਂਦੇ ਜਾਂਦੇ ਤੱਕ ਹੋਰ ਇਨਕਰੀਜ਼ ਹੁੰਦੀ ਜਾਂਦੀ ਹੈ ਠੀਕ ਹੈ ਨਾ। ਨੈਕਸਟ हाइड्रोजन बॉन्डिंग सो जो ऑक्सीजन का कंपाउंड है वाटर उसके मॉलिक्यूल्स दे गेट एसोसिएटेड विद ईच अदर ड्यू टू हाइड्रोजन बॉन्ड्स ये पहला भी कर चुके हाइड्राइड्स दी प्रॉपर्टीज दे टाइम है ना। जबकि बाकियां दे जेडे हाइड्राइड्स है H2S H2SC H2TE ओदे विच आपां नू हाइड्रोजन बॉन्डिंग नहीं मिलेगी क्योंकि ऑक्सीजन इज हाईली इलेक्ट्रोनेगेटिव एंड स्मॉल इन साइज जबकि बाकी सारे दे आर नॉट दैट इलेक्ट्रोनेगेटिव ऑक्सीजन के मुकाबले घट इलेक्ट्रोनेगेटिव ने एंड उन्हां दे साइजेस ऑक्सीजन तो काफी ज्यादा ने। एंड नाउ द लास्ट पॉइंट जो अपन ने डिस्कस करना है ऑक्सीजन इज पैरामैग्नेटिक बच्चे जबकि बाकी सारे दे आर डायमैग्नेटिक ठीक है ना। ऑक्सीजन पैरामैग्नेटिक होंदी है ये तो सबको पता होगा ना ਆਪਾਂ +1 केमिकल बॉन्डिंग करते हैं ड्यू टू MOT मॉलिक्यूलर ऑर्बिटल थ्योरी ठीक है ना। ਆਪਾਂ ਇਦਾਂ ਫਿਲਿੰग ਕਰਦੇ ਹੁੰਦੇ ਆ देखो
बेशक ਉਹਦੇ ਕੋਲ 16 ਇਲੈਕਟ੍ਰॉन्स ਹੈ, ਠੀਕ ਹੈ ਨਾ, ਤਾਂ ਆਪਾਂ ਐਕਸਪੈਕਟ ਕਰਦੇ ਹਾਂ ਕਿ ਈਵਨ ਨੰਬਰ ਹੈ, ਬਟ ਫਿਲਿੰਗ ਦੇ ਵਿੱਚ ਅਨਪੇਅਰਡ ਇਲੈਕਟ੍ਰॉन्स ਬਚਦੇ ਆ। ਪੈਰਾਮੈਗਨੈਟਿਕ ਤੇ ਡਾਇਮੈਗਨੈਟਿਕ ਤਾਂ ਹੁਣ ਸਭ ਨੂੰ ਪਤਾ ਹੈ, ਆਪਾਂ ਡੀ ਐਂਡ ਐਫ ਬਲੌਕ ਕਰ ਚੁੱਕੇ। ਸੋ ਦੇਖੋ ਆਕਸੀਜਨ ਦੀ ਫਿਲਿੰਗ ਇਦਾਂ ਹੁੰਦੀ ਹੈ ਬੱਚੇ, ਅਕੋਰਡਿੰਗ ਟੂ ਮੋਲੀਕੂਲਰ ਆਰਬਿਟਲ ਥਿਉਰੀ MOT, ਸੋ ਇਟ ਹੈਜ਼ 16 ਇਲੈਕਟ੍ਰॉन्स, ਆਫ ਕੋਰਸ ਇਹ ਤਾਂ ਸਭ ਨੂੰ ਪਤਾ ਹੈ। ਸੋ ਫਿਲਿੰਗ ਕਿਵੇਂ ਹੁੰਦੀ ਹੈ, ਸਿਗਮਾ 1s2, ਸਿਗਮਾ ਸਟਾਰ 1s2, सिग्मा 2s2, सिग्मा स्टार 2s2, सिग्मा 2pz2, pi 2px and pi 2py 2 and 2। सो मैं कितने इलेक्ट्रॉन्स फिल कर चुके हैं बच्चे, 2 4 6 8 10 14, सो 2 आर लेफ्ट। ਹੁਣ ਅਗਰ ਤਾਂ ਨੈਕਸਟ ਨੰਬਰ ਹੁੰਦਾ ਬੱਚੇ ਸਿਗਮਾ ਸਟਾਰ ਦਾ, ਫਿਰ ਤਾਂ ਉਹਦੇ ਵਿੱਚ ਦੋ ਇਲੈਕਟ੍ਰॉन्स ਚਲੇ ਜਾਂਦੇ, ਬਟ ਨੈਕਸਟ ਕਿਸ ਦਾ ਨੰਬਰ ਹੁੰਦਾ ਹੈ ਫਿਲਿੰਗ ਲਈ, ਪਾਈ ਸਟਾਰ, ਐਂਟੀ ਬੌਂਡਿੰਗ ਪਾਈ ਸਟਾਰ ਆਰਬਿਟਲਸ। ਸੋ ਦੋਨਾਂ ਦੀ એનર્ਜੀ ਆਫ ਕੋਰਸ ਸੇਮ ਹੈ, ਤਾਂ ਅਕੋਰਡਿੰਗ ਟੂ ਹੁਨਸ ਰੂਲ ਇੱਕ ਇਲੈਕਟ੍ਰॉन ਇੱਥੇ ਹੋਏਗਾ, ਇੱਕ ਇੱਥੇ ਹੋਏਗਾ। ਸੋ ਆਕਸੀਜਨ ਹੈਜ਼ 2 ਅਨਪੇਅਰਡ ਇਲੈਕਟ੍ਰॉन्स ਬੱਚੇ, ਠੀਕ ਹੈ, ਤੇ ਇਹ ਦੋ ਅਨਪੇਅਰਡ ਇਲੈਕਟ੍ਰॉन्स ਹੋਣ ਕਾਰਨ ਆਕਸੀਜਨ ਇਜ਼ ਪੈਰਾਮੈਗਨੈਟਿਕ ਇਨ ਨੇਚਰ, ਠੀਕ ਹੈ। ਸੋ ਜਿਹੜਾ ਸਲਫਰ ਹੁੰਦਾ ਹੈ ਇਟ ਇਜ਼ ਡਾਇਆਮੈਗਨੈਟਿਕ। ਹਾਂ ਇੱਕ ਪੁਆਇੰਟ ਯਾਦ ਰੱਖਣਾ ਹੈ ਕਿ ਸਲਫਰ ਇਜ਼ ਅ ਸੋਲਿਡ, ਠੀਕ ਹੈ ਨਾ, ਅਗਰ ਤੁਸੀਂ ਸਲਫਰ ਨੂੰ ਬਹੁਤ ਬੁਰੀ ਤਰ੍ਹਾਂ ਹੀਟ ਕਰਕੇ ਉਸ ਨੂੰ ਕਨਵਰਟ ਕਰ ਦੋ ਇਨਟੂ ਵੇਪਰਸ, ਸੋ ਸਲਫਰ ਇਜ਼ ਅ ਸੋਲਿਡ, ਅਗਰ ਤੁਸੀਂ ਉਸ ਨੂੰ ਵੇਪਰਸ ਚ ਕਨਵਰਟ ਕਰ ਦੋ ਤਾਂ ਸਮ ਆਫ ਦ ਸਲਫਰ ਇਟ ਚੇਂਜਸ ਇਨਟੂ S2, ਠੀਕ ਹੈ ਨਾ, ਉਹਦੇ ਬੌਂਡਸ ਟੁੱਟ ਜਾਂਦੇ ਨੇ ਤੇ ਉਹ S2 ਚ ਚੇਂਜ ਹੋ ਜਾਂਦਾ ਹੈ, ਤਾਂ ਜਦੋਂ ਉਹ S2 ਚ ਚੇਂਜ ਹੋ ਜਾਊਗਾ ਉਹਦੀਆਂ ਪ੍ਰੋਪਰਟੀਆਂ ਵੀ O2 ਵਾਲੀਆਂ ਹੋ ਜਾਣਗੀਆਂ। ਤਾਂ ਕਰਕੇ ਦਿਸ ਕੁਐਸਚਨ ਇਜ਼ ਆਲਸੋ ਇੰਪੋਰਟੈਂਟ, ਚਾਹੇ ਇੱਕ ਸਾਈਡ ਤੇ ਲਿਖ ਲਓ, ਵੈਸੇ ਕਿਤੇ ਨਾ ਕਿਤੇ ਸ਼ਾਇਦ ਅੱਗੇ ਆ ਹੀ ਜਾਏਗਾ ਕਿ ਸਲਫਰ ਵੇਪਰਸ ਦੇ ਐਗਜ਼ਿਬਿਟ ਪੈਰਾਮੈਗਨੈਟਿਕ ਬਿਹੇਵੀਅਰ। ਦੇਖੋ ਨਾ ਸਲਫਰ ਵੈਸੇ ਤਾਂ ਡਾਇਆਮੈਗਨੈਟਿਕ ਹੈ, ਤਾਂ ਸਲਫਰ ਵੇਪਰਸ ਦੇ ਹੈਵ ਪੈਰਾਮੈਗਨੈਟਿਕ ਬਿਹੇਵੀਅਰ, ਤਾਂ ਆਪਾਂ ਕੀ ਕਵਾਂਗੇ ਕਿ when sulfur is heated above its boiling point and converted into vapors, some of the acid molecules they get converted into S2, ठीक है, and S2 molecules just like O2 they have paramagnetism, so sulfur vapors they exhibit paramagnetic behavior। Done। So this is about question number 87, and now come on to question number 88 बच्चे, the last question for today, ठीक है, अपन डिस्कस कर चुके हैं सारा। सो मैं सुन जस्ट एक बार रिवाइज करवाऊंगा। डिस्कस द ट्रेंड्स इन द जनरल कैरेक्टरिस्टिक्स ऑफ हाइड्राइड्स ऑफ ग्रुप 16। सो अपन सारा डिस्कस कर चुके, ठीक है, बट सिंस हाइड्राइड्स के ऊपर क्वेश्चंस आंदे आंदे हैं, ठीक है, तो मैं जस्ट एक बार सुनो फटाफट गो थ्रू करवाऊंगा ताकि अपना एक बार फिर सारा ये रिवाइज हो सके, ठीक है। सो देखो बच्चे, सो जो हाइड्राइड्स है ग्रुप 16 दे, सो देयर फॉर्मूलाज आर वाटर, H2S, H2SC, H2TE। चलो बेशक पोलोनियम इज रेडियो एक्टिव, अगर अपन इंक्लूड करना था कर लो, वैसे जरूरत नहीं है, ठीक है ना। सो H2PO, ठीक है ना, सो सिंस इट इज रेडियो एक्टिव ਆਪਾਂ ਇਸ ਨੂੰ ਇਰੇਜ਼ ਹੀ ਕਰ ਦਿੰਦੇ ਹਾਂ, ठीक है। नाउ जो फर्स्ट क्वेश्चन सीगा, मतलब फर्स्ट पॉइंट सी दैट वाज अबाउट देयर स्ट्रक्चर्स, है ना। ਆਪਾਂ सेंट्रल एटम बनया E, so in a सब दे कोल outer shells there are 6 electrons, they will share their 2 electrons with 2 hydrogen atoms, ठीक है, clear। so now the central atom has 2 lone pairs and 2 bond pairs, total 4, so hybridization will become sp3 and this shape is called या तो bent या angular या V shape, ठीक है। so hydrides of group 16 have bent shape, ठीक है बच्चे। हाँ जी, सेकंड पॉइंट सीगा अपना about the bond angles, याद होएगा सुनो। so while moving down the group, bond angles की ਹੁੰਦੇ ਸੀ ਬੱਚੇ, हाँ जी, bond angles they decrease। ਉਸ ਦਾ ਰੀਜ਼ਨ ਆਪਾਂ ਨੇ ਕੀ ਕੀਤਾ ਸੀ कि अगर मैं कंपेयर करांगा, let it be water
and hydrogen sulfide. हाँ जी, सो की रीजन सी बच्चे बॉन्ड एंगल डिक्रीज होने का कि इलेक्ट्रोनेगेटिविटी ऑफ द सेंट्रल एटम डिक्रीजेस. सो जेड़ा बॉन्ड पेयर्स ने दे विल मूव अवे फ्रॉम द सेंट्रल एटम. सेंट्रल एटम तो दूर होने करके उन्हां दा आपस दा डिस्टेंस विल इंक्रीज. देखो इत्थे वो नेड़े नेड़े है, इत्थे दूर हो गए. आपस दा डिस्टेंस इंक्रीज होने करके उन्हां दी रिपल्शंस विल डिक्रीज. The repulsions decrease होने करके they will come closer and hence the bond angles will decrease बच्चे. ठीक है ना. जिद्दां कि एमोनिया दा बॉन्ड एंगल कितना सी 107, फिर नीचे 94, 92, 91 एंड 90. ठीक है. तो सिमिलरली ਇੱਥੇ वाटर ਦੇ ਵਿੱਚ बॉन्ड एंगल is 104.5. H2S ਦੇ ਵਿੱਚ it remains 92.5. H2SC ਦੇ ਵਿੱਚ 91, H2TE ਦੇ ਵਿੱਚ 90. Clear? So this is about bond angles. Next property is thermal stability. So thermal stability. So it will decrease down the group. Reason ਕੀ ਕੀਤਾ ਸੀਗਾ? नीचे आंदे आंदे सेंट्रल एटम ਦਾ साइज ਵਧੇਗਾ जिस दे करके बॉन्ड लेंथ ਵਧੇਗੀ. ठीक है ना. जो बॉन्ड लेंथ बढ़ गई तो बॉन्ड की स्टेबिलिटी विल डिक्रीज. इट विल बिकम इजी टू ब्रेक द बॉन्ड एंड हेंस द थर्मल स्टेबिलिटी विल डिक्रीज. नेक्स्ट प्रॉपर्टी वाज रिड्यूसिंग कैरेक्टर. रिड्यूसिंग कैरेक्टर विल इंक्रीज. ठीक है, क्योंकि थर्मल स्टेबिलिटी घट गई, बॉन्ड्स ਨੂੰ ਤੋੜਨਾ ਬੱਚੇ ਈਜ਼ੀ ਹੋ ਗਿਆ. ਜਦੋਂ बॉन्ड्स ਨੂੰ ਤੋੜਨਾ ਈਜ਼ੀ ਹੋ ਗਿਆ ਤਾਂ ਹਾਈਡਰੋਜਨ ਜਲਦੀ ਰਿਲੀਜ਼ ਹੋ ਜਾਏਗਾ and किसी ਨੂੰ हाइड्रोजन देना इजी हो जाएगा. and donating hydrogen is what we mean by reduction. किसी तो ऑक्सीजन लेना या उसਨੂੰ हाइड्रोजन देना is उसਨੂੰ रिड्यूस करना. ठीक है ना. so reducing character will increase बच्चे. ठीक है. next comes boiling points. so ਆਪਾਂ ਨੇ ਕੀਤਾ ਸੀ ਕਿ ਜਿਵੇਂ ਜਿਵੇਂ ਨੀਚੇ ਜਾਵਾਂਗੇ ਸੈਂਟਰਲ ਐਟਮ ਦਾ ਸਾਈਜ਼ ਵਧੇਗਾ जिस दे करके मॉलिक्यूल ਦਾ ਸਾਈਜ਼ ਵਧੂਗਾ. याद होएगा ਸਾਨੂੰ मॉलिक्यूल ਦਾ ਸਾਈਜ਼ ਵਧਣ ਕਰਕੇ ਕੀ ਵਧਦਾ ਹੁੰਦਾ ਹੈ? ਵੈਨ ਡਰ ਵਾਲਸ ਫੋਰਸਸ. ਤਾਂ ਵੈਨ ਡਰ ਵਾਲਸ ਫੋਰਸਸ ਵਧਣ ਕਰਕੇ ਬੋਇਲਿੰਗ ਪੁਆਇੰਟਸ ਵਿਲ ਇਨਕਰੀਜ਼, नो डाउट. बट ਆਰਡਰ ਕੀ ਬਣੇਗਾ? ਸੋ H2S ਸਭ ਤੋਂ ਘੱਟ, H2SC ਉਸ ਤੋਂ ਜ਼ਿਆਦਾ, H2TE ਉਸ ਤੋਂ ਜ਼ਿਆਦਾ. ਬਟ ਵਾਟਰ ਹੋਣਾ ਚਾਹੀਦਾ ਇੱਥੇ ਬਟ ਹੋਏਗਾ ਇੱਥੇ सब तो ज्यादा ड्यू टू हाइड्रोजन बॉन्डिंग बच्चे. सो ड्यू टू हाइड्रोजन बॉन्डिंग. ठीक है ना. ता इसी कारण नेक्स्ट ऑर्डर जे ਆਪਾਂ ਨੇ वॉलेटिलिटी पूछी जावे ਆਪਾਂ ਨੂੰ ਤਾਂ वॉलेटिलिटी इनवर्सली प्रोपोर्शनल टू बॉइलिंग पॉइंट्स. सब तो ज्यादा वॉलेटाइल विल बी H2S, उस तो घट H2SC, उस तो घट H2TE एंड मिनिमम वॉलेटाइल विल बी वाटर. ठीक है. सो वाटर की वॉलेटिलिटी सब तो घट होएगी क्योंकि उसका बॉइलिंग पॉइंट सब तो ज्यादा है. ठीक है ना. तो सिमिलरली आप वेपर प्रेशर भी लिख सकते हैं. वेपर प्रेशर सब तो ज्यादा वेपर प्रेशर इसका होएगा ते वाटर का वेपर प्रेशर सब तो घट होगा. ठीक है. लास्ट एसिडिक कैरेक्टर. सो आपने लास्ट ग्रुप च बेसिक कैरेक्टर कीता सी, याद होगा. ਆਪਾਂ ਨੇ ਕਿਹਾ ਸੀਗਾ ਕਿ ਐਮੋਨੀਆ ਇਜ਼ ਮੋਸਟ ਬੇਸਿਕ ਤੇ ਬਿਸਮੁਥ ਦਾ ਜੋ ਹਾਈਡਰਾਈਡ ਸੀ BiH3 that was least basic. ਤਾਂ ਨੈਚੁਰਲ ਹੈ. ਐਸਿਡਿਕ ਕੌਣ ਹੋਊਗਾ? ਇਹ ਸਭ ਤੋਂ ਘੱਟ ਐਸਿਡਿਕ, ਇਹ ਸਭ ਤੋਂ ਜ਼ਿਆਦਾ ਐਸਿਡਿਕ. ਸੋ ਐਸਿਡਿਕ ਕੈਰੈਕਟਰ ਵਿਲ ਇਨਕਰੀਜ਼ ਡਾਊਨ ਦ ਗਰੁੱਪ. ਠੀਕ ਹੈ. ਔਰ ਉਸ ਦਾ ਰੀਜ਼ਨ ਕੀ ਕੀਤਾ ਸੀ ਆਪਾਂ ਨੇ ਕਿ ਜਿਵੇਂ ਦੇਖੋ ਐਸਿਡਿਕ ਕੈਰੈਕਟਰ ਮੀਨਸ ਦ ਐਬਿਲਿਟੀ ਟੂ ਰਿਲੀਜ਼ H ਪੋਜ਼ਿਟਿਵ. तो ਆਪਾਂ ਕੀ ਕਿਹਾ ਕਿ ਜਿਵੇਂ ਜਿਵੇਂ ਨੀਚੇ ਆ ਰਹੇ हैं बॉन्ड लेंथ वध रही है ਤੇ बॉन्ड स्ट्रेंथ घट रही है. सो द थर्मल स्टेबिलिटी इज डिक्रीजिंग. बॉन्ड जल्दी टूटूगा, जिन्ना जल्दी बॉन्ड टूटूगा उन्ना जल्दी H रिलीज होएगा, जिन्ना जल्दी H रिलीज होएगा उन्ना एसिडिक कैरेक्टर ज्यादा होएगा. सो इन्हां चारां दे विचों H2TE will be the strongest of the acids. क्लियर बच्चे. ठीक है. So this is about the properties of hydrides of group 16. That is question number 88 in your notes. ठीक है.
ਸੋ ਬੱਚੇ ਇੱਥੋਂ ਤੱਕ ਤੁਸੀਂ ਚੰਗੀ ਤਰ੍ਹਾਂ ਕਵਰ ਕਰ ਲੈਣਾ ਹੈ, ਠੀਕ ਹੈ। ਸੋ ਇਸ ਤੋਂ ਨੈਕਸਟ ਵਾਲਾ ਜੋ ਪਾਰਟ ਹੈ that we'll start tomorrow, ਠੀਕ ਹੈ ਨਾ। ਸੋ ਨਾਓ ਦ ਸਪੀਡ ਵਿਲ ਪਿਕ ਅਪ, ਠੀਕ ਹੈ ਨਾ, ਕਿਉਂਕਿ ਆਪਣਾ ਇੱਕ ਬੇਸ ਬਣਿਆ ਹੋਇਆ ਪ੍ਰੋਪਰਟੀਜ਼ ਦੇ ਵਿੱਚ। ਤੁਸੀਂ ਗਰੁੱਪ 15 ਕਰ ਚੁੱਕੇ ਹੋ, ਟੈਸਟ ਦੇ ਚੁੱਕੇ ਹੋ, ਰਿਐਕਸ਼ਨਸ ਨੂੰ ਲਰਨ ਕਰਨ ਦੀ ਇੱਕ ਵਾਰ ਆਦਤ ਤੁਹਾਨੂੰ ਪੈ ਚੁੱਕੀ ਹੈ। ਗਰੁੱਪ 16 ਇਜ਼ ਦ ਲੈਂਥੀਐਸਟ ਆਫ ਦ ਗਰੁੱਪਸ, ਪਰ 15 16 17 18 ਵਿੱਚੋਂ ਸਭ ਤੋਂ ਜ਼ਿਆਦਾ ਲੈਂਥੀ ਇਹੀ ਹੈ, ਠੀਕ ਹੈ ਨਾ। ਐਂਡ ਇਸ ਦਾ ਪੋਰਸ਼ਨ ਵੀ ਕੋਈ ਸਟ੍ਰਾਈਕ ਆਫ ਨਹੀਂ ਹੋਇਆ, ਸਿਰਫ ਇੱਕ ਪੋਰਸ਼ਨ ਉਹਨਾਂ ਨੇ ਸਟ੍ਰਾਈਕ ਆਫ ਕੀਤਾ ਹੈ ਮੈਨੂਫੈਕਚਰਿੰਗ ਆਫ ਸਲਫਿਊਰਿਕ ਐਸਿਡ, ਬਟ ਉਹ ਆਪਾਂ ਡਿਸਕਸ ਕਰਾਂਗੇ, ਠੀਕ ਹੈ ਨਾ। ਮਤਲਬ ਕਾਫੀ ਇੰਪੋਰਟੈਂਟ ਹੈ ਜਿਹੜੀ ਕੰਟੈਕਟ ਪ੍ਰੋਸੈਸ ਹੁੰਦੀ ਹੈ, ਠੀਕ ਹੈ ਨਾ, ਤਾਂ ਦੈਟ ਵੀਲ ਗੋ ਥਰੂ। ਐਂਡ ਮੋਰ ਓਵਰ ਉਹਨਾਂ ਨੇ ਪੂਰੇ ਗਰੁੱਪ ਚੋਂ ਸਿਰਫ ਇੱਕ ਮੈਨੂਫੈਕਚਰ ਹੀ ਕੱਟਿਆ ਜਿਹੜਾ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਇਸ ਲਈ ਆਪਾਂ ਉਸ ਨੂੰ ਕਵਰ ਕਰ ਹੀ ਲਵਾਂਗੇ ਬੱਚੇ। ਤਾਂ ਦਿਸ ਇਜ਼ ਦ ਲੈਂਥੀਐਸਟ ਆਫ ਦ ਗਰੁੱਪਸ, ਬਟ ਸਟਿਲ ਇਹ ਆਪਾਂ ਬਹੁਤ ਜਲਦੀ ਫਿਨਿਸ਼ ਆਫ ਕਰ ਲਾਂਗੇ। ਦ ਰੀਜ਼ਨ ਬੀਇੰਗ ਕਿ ਹੁਣ ਆਪਣੀ ਇੱਕ ਪੇਸ ਬਣ ਚੁੱਕੀ ਹੈ ਟੂ ਡੂ ਦ ਰਿਐਕਸ਼ਨਸ ਐਂਡ ਟੂ ਡੂ ਇਨਆਰਗੈਨਿਕ, ਠੀਕ ਹੈ ਨਾ, ਤਾਂ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗੇਗਾ, ਠੀਕ ਹੈ। ਗਰੁੱਪ 17 ਤੇ 18 ਤਾਂ ਹੈ ਹੀ ਛੋਟੇ ਛੋਟੇ ਜਿਹੇ, ਠੀਕ ਹੈ ਨਾ। ਤਾਂ ਆਪਣਾ ਏਮ ਕੀ ਹੋਣਾ ਚਾਹੀਦਾ ਕਿ ਟੁਡੇ ਇਟ ਇਜ਼ 11th of August, ਤਾਂ we'll try to finish this chapter before 20th of August, ठीक है। And within this August month we'll also finish off with the solid state part जो इन्होंने होर include करता +2 ਦੇ ਵਿੱਚ ਦੁਬਾਰਾ। And after this August we'll be left only with the organic part, ठीक है ना। सो इसनू करदे ਰਹੋ ਬੱਚੇ ਚੰਗੀ ਤਰ੍ਹਾਂ। एंड वंस अगेन आई रिपीट कि ਜਿਹੜੀਆਂ ਰਿਐਕਸ਼ਨਸ ਨੇ ਇਹਨਾਂ ਨੂੰ ਪਹਿਲਾਂ ਟਿਪਸ ਤੇ ਲਰਨ ਕਰਿਆ ਕਰੋ, ਠੀਕ ਹੈ। ਲਰਨ ਕਰਕੇ ਪੁਆਇੰਟਸ ਨੂੰ ਲਰਨ ਕਰਕੇ ਐਂਡ ਦੈਨ ਰਾਈਟ ਡਾਊਨ ਦ ਰਿਐਕਸ਼ਨਸ। ਜਿੱਥੇ ਗਲਤੀ ਹੁੰਦੀ ਹੈ ਉਸ ਨੂੰ ਦੁਬਾਰਾ ਨੋਟਸ ਖੋਲ ਕੇ ਦੇਖ ਕੇ ਦੁਬਾਰਾ ਕਰੈਕਟ ਕਰੋ ਐਂਡ ਦੁਬਾਰਾ ਲਿਖ ਕੇ ਦੇਖੋ, ਠੀਕ ਹੈ ਨਾ। ਸੋ ਇਟ ਬਿਕਮਸ ਵੈਰੀ ਈਜ਼ੀ ਦੈਨ, ਠੀਕ ਹੈ ਨਾ। ਇੱਕ ਵਾਰ ਅਗਰ ਰਿਐਕਸ਼ਨਸ ਲਰਨ ਹੋ ਗਈਆਂ ਤਾਂ ਦੇ ਵਿਲ ਸੇਵ ਅ ਲੋਟ ਆਫ योर टाइम इन द फाइनल एग्जामिनेशन, ठीक है ना। अगर एक क्वेश्चन ਆਪਾਂ ਨੂੰ ਥਿਉਰੀ ਬੇਸਡ ਆਂਦਾ ਹੈ ਤੇ ਇੱਕ ਰਿਐਕਸ਼ਨ ਬੇਸਡ ਆਂਦਾ ਹੈ ਤਾਂ ਆਈ ਆਲਵੇਜ਼ ਰეკਮੈਂਡ ਦ ਰਿਐਕਸ਼ਨ ਬੇਸਡ ਕੁਐਸਚਨ, ਕਿਉਂਕਿ ਫਸਟ ਆਫ ਆਲ ਤਾਂ ਅਗਰ ਥਿਉਰੀ ਕੁਐਸਚਨ ਨੂੰ ਲਿਖਣ ਤੇ 10 ਮਿੰਟ ਲੱਗਦੇ ਆ ਤਾਂ ਰਿਐਕਸ਼ਨ ਬੇਸਡ ਕੁਐਸਚਨ ਨੂੰ ਕਰਨ ਤੇ ਹਾਰਡਲੀ ਇਟ ਵਿਲ ਟੇਕ ਫਿਊ ਸੈਕਿੰਡਸ। ਐਂਡ ਸੈਕੰਡਲੀ ਥਿਉਰੀ ਕੁਐਸਚਨ 'ਚ ਕੋਈ ਗਾਰੰਟੀ ਨਹੀਂ ਕਿ ਕੰਪਲੀਟ ਮਾਰਕਸ ਮਿਲਣ ਨਾ ਮਿਲਣ। ਰਿਐਕਸ਼ਨਸ ਅਗਰ 5 ਮਾਰਕਸ ਦੀਆਂ ਨੇ ਤਾਂ ਅਗਰ ਪੰਜੋ ਰਿਐਕਸ਼ਨ ਸਹੀ ਹੈ ਤਾਂ ਫੁੱਲ ਮਾਰਕਸ ਮਿਲਣਗੇ, ਠੀਕ ਹੈ ਨਾ। So always focus on these reactions ਬੱਚੇ। and moreover ਜਦੋਂ ਮੈਂ ਤੁਹਾਨੂੰ ਇੱਕ ਇੱਕ ਰਿਐਕਸ਼ਨ ਚੰਗੀ ਤਰ੍ਹਾਂ ਈਜ਼ੀ ਵੇ ਨਾਲ ਕਰਵਾ ਰਹੇ ਹਾਂ ਤਾਂ ਤੁਸੀਂ ਕਰੋ ਉਸ ਨੂੰ ਲਰਨ, ਠੀਕ ਹੈ ਨਾ। ਡੋਂਟ ਲੀਵ them, fine। so read your notes, ਚੰਗੀ ਤਰ੍ਹਾਂ ਲਰਨ ਕਰੋ till question number 88, ਠੀਕ ਹੈ। ਇਸ ਤੋਂ next from question number 89 we'll continue tomorrow, ਠੀਕ ਹੈ। so till then ਬੱਚੇ keep studying, keep revising and take very good care of your health. Bye ਬੱਚੇ।